वाहिगुरु जी का खालसा वाहिगुरु जी की फतेह। पतत पावन भगत वत्सल गरीब नवाज सतगुरु गुरु ग्रंथ साहिब सच्चे पातशाह जियां दी पवित्र हजूरी विच जुड़ बैठ ਅਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਘਰਾਂ ਵਿੱਚ ਬੈਠ ਕਰਕੇ ਪਾਵਨ ਅਸਥਾਨ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਫਤਿਹ ਨਗਰ ਨਵੀਂ ਦਿੱਲੀ ਤੋਂ ਫਤਿਹ ਟੀਵੀ ਦੇ ਮਾਧਿਅਮ ਦੇ ਰਾਹੀਂ ਸਿੱਧੇ ਪ੍ਰਸਾਰਨ ਦੁਆਰਾ ਪਾਵਨ ਬਾਣੀ ਦਾ ਕੀਰਤਨ ਸਰਵਨ ਕਰਕੇ ਵਡਭਾਗੇ ਬਣ ਰਹੇ ਗੁਰੂ ਸਵਾਰਿਓ, ਸਤਿਗੁਰਾਂ ਦੀ ਮਹਾਨ ਕਿਰਪਾਲਤਾ ਦੇ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗਾ ਸਮਾਂ ਮਿਲਿਆ ਹੈ। ਆਓ ਸਾਧ ਸੰਗਤ ਜੀ ਬੜੇ ਪ੍ਰੇਮ ਸਹਿਤ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜੀਏ। ਵਿਚਾਰ ਅਧੀਨ ਪਾਵਨ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਸ਼ਬਦ ਦੇ ਭਾਵ ਅਰਥਾਂ ਨੂੰ ਸਮਝਣ ਤੋਂ ਪਹਿਲਾਂ ਸਾਰੀਆਂ ਹੀ ਸੰਗਤਾਂ ਗੁਰੂ ਚਰਨਾਂ ਵਿੱਚ ਸੀਸ ਝੁਕਾਓ। ਰਸਨਾ ਦੀ ਪਵਿੱਤਰਤਾ ਵਾਸਤੇ ਸਾਰੇ ਹੀ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਅੱਜ ਦਾ ਵਿਚਾਰ ਅਧੀਨ ਪਾਵਨ ਸ਼ਬਦ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 210 ਦੇ ਉੱਪਰ ਸੁਭਾਏਮਾਨ ਹੈ। ਗੌੜੀ ਰਾਗ ਜਿਸ ਦੀਆਂ ਅੱਗੇ 11 ਕਿਸਮਾਂ ਨੇ, ਜਿਹੜਾ ਕੱਲ ਸ਼ਬਦ ਆਪਾਂ ਸਾਂਝਾ ਕੀਤਾ ਸੀ ਉਹ ਗੌੜੀ ਪੂਰਬੀ ਦੇ ਵਿੱਚ ਦਰਜ ਸੀ, ਅਤੇ ਅੱਜ ਜਿਸ ਸ਼ਬਦ ਦੀ ਵਿਚਾਰ ਹੋਣੀ ਹੈ ਇਹ ਗੌੜੀ ਚੇਤੀ ਰਾਗ ਦੇ ਵਿੱਚ ਦਰਜ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਚਨ ਰਾਗ ਗੌੜੀ ਚੇਤੀ ਮਹਿਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਣਾ ਰਹਾਓ। ਸ਼ਬਦ ਦੇ ਇਸ ਪਹਿਲੇ ਰਹਾਓ ਵਾਲੇ ਬੰਦ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਕਿਰਪਾ ਕਰਦਿਆਂ ਹੋਇਆਂ ਮਨੁੱਖ ਮਾਤਰ ਨੂੰ ਸਮਝਾ ਰਹੇ ਨੇ, ਹੇ ਭਾਈ ਜੇ ਤੂੰ ਆਪਣੀ ਜ਼ਿੰਦਗੀ ਵਿੱਚ ਸੁੱਖ ਚਾਹੁੰਦਾ ਹੈ, ਆਨੰਦ ਚਾਹੁੰਦਾ ਹੈ, ਤਾਂ ਆਹ ਕਰਮ ਤੈਨੂੰ ਕਰਨੇ ਪੈਣਗੇ। ਇਸ ਕਰਮ ਦੁਆਰਾ ਜ਼ਿੰਦਗੀ ਵਿੱਚ ਸੁੱਖ ਮਿਲੇਗਾ। ਹੁਣ ਹਜ਼ੂਰ ਨੇ ਇੱਥੇ ਇੱਕ ਖਾਸ ਨੁਕਤਾ ਸਾਡੇ ਨਾਲ ਸਾਂਝਾ ਕੀਤਾ ਹੈ। ਮਹਾਰਾਜ ਕਹਿਣ ਲੱਗੇ ਜ਼ਿੰਦਗੀ, ਇਹ ਜੀਵਨ ਬਹੁਤ ਜ਼ਿਆਦਾ ਕੀਮਤੀ ਹੈ। ਇਸ ਜ਼ਿੰਦਗੀ ਨੂੰ ਹਜ਼ੂਰ ਨੇ ਅਮੋਲਕ ਰਤਨ ਆਖਿਆ ਹੈ, ਅਮੋਲਕ ਰਤਨ। ਤੇ ਗੁਰਬਾਣੀ ਨੂੰ ਪੜ੍ਹੀਏ, ਮਹਾਰਾਜ ਕਹਿੰਦੇ ਮਨੁੱਖਾ ਜਨਮ ਇੱਕ ਦੁਰਲੱਭ ਚੀਜ਼ ਹੈ ਜਿਹੜੀ ਕਿਤੇ ਦੁਬਾਰਾ ਨਾ ਮਿਲੇ। ਇਸ ਕਰਕੇ ਇਸ ਜਨਮ ਨੂੰ ਕਿਤੇ ਐਵੇਂ ਅਜਾਈ ਨਾ ਗਵਾ ਬੈਠਿਓ। ਇਸ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕਰਨਾ ਹੈ। ਜਿਸ ਕਾਰਜ ਵਾਸਤੇ ਇਹ ਜਨਮ ਮਿਲਿਆ ਹੈ ਉਹ ਕਾਰਜ ਕਰਨਾ ਹੈ।
ਇਸ ਕਰਕੇ ਸਤਿਗੁਰੂ ਨੇ ਵਾਰ-ਵਾਰ ਇਸ ਗੱਲ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ। ਤੇ 9ਵੇਂ ਪਾਤਸ਼ਾਹ ਦੇ ਆਪਾਂ ਪਾਵਨ ਬਚਨ ਪੜ੍ਹਦੇ ਹਾਂ। ਮਹਾਰਾਜ ਨੇ ਬਹੁਤ ਗੁੱਝਾ ਭੇਦ ਸਾਨੂੰ ਸਮਝਾਇਆ ਹੈ। ਜਦੋਂ ਕੋਈ ਮਨੁੱਖ ਗੱਲ ਕਰੇ ਤੇ ਇਹ ਕਹਿ ਦੇਵੇ ਕਿ ਇਹ ਤੈਨੂੰ ਮੈਂ ਬਹੁਤ ਗੁੱਝਾ ਭੇਦ ਰਾਜ ਦੱਸਣ ਲੱਗਾ, ਤੇ ਅਸੀਂ ਬਹੁਤ ਧਿਆਨ ਨਾਲ ਸੁਣਦੇ ਹਾਂ ਕਿ ਇਹ ਮੈਨੂੰ ਕੋਈ ਭੇਦ ਵਾਲੀ, ਕੋਈ ਰਾਜ ਵਾਲੀ ਗੱਲ ਜਿਹੜੀ ਇਹ ਦੱਸ ਰਿਹਾ। ਪਰ ਮੁਆਫ ਕਰਨਾ, ਜਦੋਂ ਸਾਨੂੰ ਸਤਿਗੁਰੂ ਜੀ ਕਿਸੇ ਭੇਦ ਦੇ ਬਾਰੇ ਸਮਝਾਉਂਦੇ ਨੇ, ਕੋਈ ਰਾਜ ਵਾਲੀ ਗੱਲ ਦੱਸਦੇ, ਅਸੀਂ ਉਹਨਾਂ ਧਿਆਨ ਨਹੀਂ ਦਿੰਦੇ। ਇਸ ਕਰਕੇ ਸੁੱਖਾਂ ਤੋਂ ਵਿਹੂਣੇ ਮਨੁੱਖਾ ਜਨਮ ਨੂੰ ਅਸੀਂ ਅਜਾਈਂ ਗਵਾ ਦਿੰਦੇ ਹਾਂ। ਤੇ 9ਵੇਂ ਪਾਤਸ਼ਾਹ ਨੇ ਬਹੁਤ ਵੱਡਾ ਭੇਦ ਸਾਨੂੰ ਸਮਝਾਇਆ ਹੈ। ਪਵਿੱਤਰ ਬਾਣੀ ਦੇ ਵਿੱਚ ਬਚਨ ਨੇ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸਹਿਸਾ ਨਹੀਂ ਚੂਕੈ, ਗੁਰ ਇਹ ਭੇਦ ਬਤਾਵੈ। ਕਹਿੰਦੇ ਸਤਿਗੁਰੂ ਨੇ ਇਹ ਭੇਦ ਸਾਨੂੰ ਦੱਸਿਆ ਕਿ ਭਾਈ ਹਰੀ ਦੀ ਬੰਦਗੀ ਤੋਂ ਬਗੈਰ ਸੁੱਖ ਨਹੀਂ। ਜ਼ਿੰਦਗੀ ਵਿੱਚ ਦੁੱਖ ਹੀ ਹੋਣਗੇ, ਸੁੱਖ ਨਹੀਂ। ਤੇ ਜੇ ਤੂੰ ਸੁੱਖ ਚਾਹੁੰਦਾ ਹੈ ਤੇ ਬੰਦਗੀ ਵਿੱਚ ਜੁੜ ਕੇ ਹੀ ਪ੍ਰਾਪਤ ਹੋ ਸਕਦੇ ਨੇ। ਇਹ ਬਹੁਤ ਵੱਡੇ ਭੇਦ ਵਾਲੀ ਗੱਲ ਸਤਿਗੁਰੂ ਨੇ ਸਮਝਾਈ ਹੈ। ਇੱਥੇ ਵੀ ਮਹਾਰਾਜ ਕਿਰਪਾ ਕਰਦੇ, ਸੁਖ ਨਾਹੀ ਰੇ ਹਰ ਭਗਤ ਬਿਨਾ। ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੋਈ, ਇਹਦਾ ਅਰਥ ਹੈ ਭਗਤੀ। ਹਰੀ ਦੀ ਭਗਤੀ ਤੋਂ ਬਗੈਰ ਸੁਖ ਨਹੀਂ। ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਣਾ। ਹਰੀ ਦੀ ਭਗਤੀ ਤੋਂ ਬਗੈਰ ਸੁੱਖ ਨਹੀਂ। ਇਸ ਵਾਸਤੇ ਤੂੰ ਕੀ ਕਰਨਾ ਹੈ? ਆਪਣੇ ਇਸ ਜੀਵਨ ਨੂੰ ਸਵਾਰਨ ਵਾਸਤੇ ਜੀਤ ਜਨਮ, ਇਹ ਜਨਮ ਦੀ ਬਾਜੀ ਨੂੰ ਜਿੱਤਣ ਵਾਸਤੇ, ਜੀਤ ਜਨਮ ਇਹ ਰਤਨ ਅਮੋਲਕ, ਇਹ ਮਨੁੱਖਾ ਜਨਮ ਜਿਹੜਾ ਕੀਮਤੀ ਅਮੋਲਕ ਰਤਨ ਹੀਰਾ ਹੈ, ਇਸ ਨੂੰ ਸਵਾਰਨ ਦੇ ਲਈ ਕੀ ਕਰਨਾ ਹੈ? ਸਾਧ ਸੰਗਤ ਜਪ ਇੱਕ ਖਿਣਾ। ਸਾਧ ਸੰਗਤ ਦੇ ਵਿੱਚ ਆ ਕਰਕੇ ਉਸ ਪਰਮੇਸ਼ਰ ਨੂੰ ਸਿਮਰ, ਤਾਂ ਕਿ ਮਨੁੱਖਾ ਜਨਮ ਦੀ ਬਾਜੀ ਤੂੰ ਜਿੱਤ ਜਾਏ। ਹੁਣ ਇੱਥੇ ਜਿਹੜਾ ਸ਼ਬਦ ਵਰਤਿਆ ਹੈ ਸਾਧ ਸੰਗਤ ਜਪ ਇੱਕ ਖਿਣਾ, ਇਹਦੇ ਵਿਦਵਾਨਾਂ ਨੇ ਵੱਖਰੇ ਵੱਖਰੇ ਅਰਥ ਕੀਤੇ ਨੇ। ਪ੍ਰੋਫੈਸਰ ਸਾਹਿਬ ਸਿੰਘ ਨੂੰ ਜਦੋਂ ਅਸੀਂ ਪੜ੍ਹੀਏ ਤਾਂ ਉਹਨਾਂ ਨੇ ਇਹਦੇ ਅਰਥ ਕੀਤੇ ਨੇ ਕਿ ਸਾਧ ਸੰਗਤ ਵਿੱਚ ਆ ਕਰਕੇ ਖਿਣ ਖਿਣ ਪਰਮੇਸ਼ਰ ਦਾ ਨਾਮ ਜਪ, ਹਰ ਸਾਹ ਸਾਹ ਨਾਲ ਪਰਮੇਸ਼ਰ ਦਾ ਨਾਮ ਜਪ। ਪਰੰਤੂ ਜੋ ਗਿਆਨੀ ਹਰਬੰਸ ਸਿੰਘ ਜੀ ਵੱਲੋਂ ਲੇਟੈਸਟ ਸਟੀਕ ਤਿਆਰ ਕੀਤਾ, ਉਹਦੇ ਵਿੱਚ ਉਹਨਾਂ ਨੇ ਅਰਥ ਕੀਤੇ ਨੇ ਕਿ ਸਾਧ ਸੰਗਤ ਵਿੱਚ ਆ ਕੇ ਖਿਣ ਮਾਤਰ ਪਰਮੇਸ਼ਰ ਦਾ ਨਾਮ ਸਿਮਰਿਆ ਹੀ ਇਸ ਮਨੁੱਖਾ ਜ਼ਿੰਦਗੀ ਦੀ ਬਾਜੀ ਤੂੰ ਜਿੱਤ ਸਕਦਾ ਹੈ, ਖਿਣ ਮਾਤਰ ਵਿੱਚ ਹੀ। ਤੇ ਆਪਾਂ ਬਾਣੀ ਵਿੱਚ ਵੀ ਬਚਨ ਪੜ੍ਹਦੇ ਹਾਂ ਕਿ ਖਿਣ ਮਾਤਰ ਵਿੱਚ ਕਿਰਪਾ ਹੋ ਜਾਂਦੀ ਵਾਹਿਗੁਰੂ ਦੀ। ਜਦੋਂ ਸਾਡਾ ਧਿਆਨ ਜੁੜੇਗਾ, ਜਦੋਂ ਅਸੀਂ ਆਪਣੀਆਂ ਵਾਸ਼ਨਾਵਾਂ ਨੂੰ ਰੋਕ ਲਵਾਂਗੇ। ਬਾਬਾ ਫਰੀਦ ਸਾਹਿਬ ਦੇ ਪਾਵਨ ਬਚਨ ਨੇ, ਬਾਬਾ ਫਰੀਦ ਜੀ ਕਹਿਣ ਲੱਗੇ ਪਰਮੇਸ਼ਰ ਨਾਲ ਅੱਜ ਹੀ ਮੇਲ ਹੋ ਸਕਦਾ ਹੈ। ਕੋਈ ਬਹੁਤੇ ਲੰਬੇ ਚੌੜੇ ਸਮੇਂ ਦੀ ਗੱਲ ਨਹੀਂ ਕੀਤੀ ਉਹਨਾਂ ਨੇ, ਤੇ ਨਾ ਹੀ ਕੋਈ ਬਹੁਤੇ ਲਾਰੇ ਲਾਏ ਨੇ। ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੂੰਜੜੀਆਂ ਮਨੋਂ ਮਚਿੰਦੜੀਆਂ। ਕਹਿੰਦੇ ਗੱਲ ਤੇ ਤਾਂ ਬਣੇਗੀ ਜਦੋਂ ਤੇਰੇ ਅੰਦਰ ਜਿਹੜੇ ਵਾਸ਼ਨਾਵਾਂ ਦੇ ਫੁਰਨੇ ਨੇ, ਅੰਦਰ ਵਾਸ਼ਨਾਵਾਂ ਦੇ ਕੁੰਜਾਂ ਰੂਪੀ ਕੁਰਲਾਟ ਪੈ ਰਹੀ ਹੈ, ਕਹਿੰਦੇ ਉਹਨੂੰ ਰੋਕ ਲਵੇਂ ਤਾਂ ਇੱਕ ਪਲ ਦੇ ਵਿੱਚ ਕਿਰਪਾ ਹੋ ਸਕਦੀ ਹੈ, ਇੱਕ ਖਿਣ ਦੇ ਵਿੱਚ ਕਿਰਪਾ ਹੋ ਸਕਦੀ ਹੈ।
पर वो खिण जिहड़ा साडी जिंदगी विच आवे, इस वास्ते असीं संगत विच आके हाज़री भरदे हां। वो खिण साडी जिंदगी विच आ सके जदों असीं सचमुच संगत दे विच आके गुरु के चरनां नाल अपनी सुरत नूं जोड़ लईए। ते साध संगत जिस तरह आपां वेखदे हां, विद्यार्थी दे जीवन दे अंदर इम्तिहान जिहड़ा है वो हुंदा है, ते लगभग 2.5-3 घंटे का समा उन्होंने मिलता पेपर करने वास्ते। पर उस पेपर की तैयारी वास्ते लगभग साल मेहनत करनी पैंदी है। इस तरह साध संगत दे विच आउणा, नाम का अभ्यासी बनना, ये साडी नित दी मेहनत है, ताकि साडी जिंदगी विच एक वो खिण भी आ सके ਜਦੋਂ ਅਸੀਂ ਪ੍ਰਭੂ ਚਰਨਾਂ ਨਾਲ ਜੁੜ ਕੇ ਇੱਕ ਖਿਣ ਮਾਤਰ ਵਿੱਚ ਹੀ ਜੀਵਨ ਨੂੰ ਸਵਾਰ ਸਕੀਏ। ਤੇ ਹਜੂਰ ਨੇ ਆਖਿਆ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਕਿਣਕਾ ਇੱਕ ਜਿਸ ਜੀਵ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਤੇ ਸਤਿਗੁਰੂ ਬੜੇ ਬਖਸ਼ੰਦ ਨੇ, ਜੋ ਵਿਅਕਤੀ ਸੰਗਤ ਵਿੱਚ ਆਉਂਦਾ ਹੈ, ਜਿੰਨਾ ਵੀ ਸਮਾਂ ਤੁਸੀਂ ਸੰਗਤ ਵਿੱਚ ਆ ਕੇ ਬੈਠੋਗੇ, गुरु चरनां नाल अपनी सुरत नूं जोड़ोगे, साध संगत तुहाडा ये जिहड़ा समा है ना, जिन्ना भी समा तुसीं बैठे गुरु चरनां नाल जुड़े हो, ये तुहाडी घाली घालना व्यर्थ नहीं जाएगी। परमेश्वर बड़ा बख्शंद है। पंचम पातशाह दे पावन बचन ने, पतत पावन हर बिरद सदाए, एक तिल नहीं भन्ने घाले। कहते तिल मात्र भी घालना व्यर्थ नहीं जान देंदा। एडा कृपालू है सतगुरु। इस करके संगत दे विच आके बैठना ते अपनी सुरत नूं गुर शब्द नाल जोड़ना, इहो ही जुगत है इस मनुखा जिंदगी नूं सफल करन दी। हजूर दे पावन बचन आपां पढ़दे हां, जे लोड़ है सदा सुख पाई। अज किसी मनुख नूं पुछीए भी तेनू सुख किन्ने दिन लई चाहीदा है, 40 दिन लई, 50 दिन लई, 100 दिन लई, ते मनुख दा जवाब हुंदा है, नहीं, मैनू तां सदीव काल ही सुख चाहीदा है, मैनू सदा ही सुख चाहीदा है, मैनू 40, 50, 10, 20 दिन लई सुख नहीं चाहीदा। ते फिर पुछिए भाई, बाणी फिर दिन गिण के क्यों पढ़ता है? गुरुद्वारा साहब आना दिनों की गिनती काहदे लई करी जाना है कि इन्ने दिन ही जाना है, जां किसी फलाने खास दिन ही जाना है, संगत विच खास दिन ही जाना है। दिनों की गिनती करदा वार वार, पर सुख चाहुंदा सदीप मिले। बाणी केवल दिन गिण के पढ़दा भी 40 दिन ही पढ़नी है, ਇਹਦੇ ਵਿੱਚ ਤੁਹਾਡਾ ਵੀ ਕੋਈ ਕਸੂਰ ਨਹੀਂ ਹੈ। ਇਹਦੇ ਵਿੱਚ ਕਸੂਰ ਸਾਡੇ ਵਰਗੇ ਪ੍ਰਚਾਰਕਾਂ ਦਾ ਵੀ ਹੈ। ਕਈਆਂ ਨੇ ਇਹੋ ਜਿਹੇ ਭਰਮ ਜਾਲ ਪੈਦਾ ਕਰ ਦਿੱਤੇ, ਲੋਕਾਂ ਦੇ ਮਨ ਦੇ ਵਿੱਚ ਭਰਮ ਤੇ ਸ਼ੰਕੇ ਪੈਦਾ ਕਰਦੇ ਕਿ ਫਲਾਣਾ ਸ਼ਬਦ ਤੁਸੀਂ ਕੇਵਲ ਇੰਨੇ ਦਿਨ ਹੀ ਪੜ੍ਹਨਾ ਹੈ, ਫਲਾਣੀ ਬਾਣੀ ਕੇਵਲ ਇੰਨੇ ਦਿਨ ਪੜ੍ਹਨੀ ਹੈ। ਤੋ ਜਿਵੇਂ ਜਿਵੇਂ ਕਿਸੇ ਕਿਸੇ ਨੂੰ ਦੱਸਿਆ ਗਿਆ, ਉਵੇਂ ਉਵੇਂ ਲੋਕ ਉਹਨਾਂ ਦੇ ਮਗਰ ਲੱਗ ਤੁਰੇ। पर जो विचार, जो भेद सतगुरु ने समझाए सी, वो भेद कोई समझ नहीं सकिया। महाराज कहते, जे लोड़ है सदा सुख पाई, साधु संगत गुरे बताई। कहते जे सदा सुख चाहता है तो सदा संगत विच जुड़िया रहो। ते संगत विच जुड़ के की करना है? अजे तक सानू बहुतियां नूं इहदा भी पता नहीं कि संगत में जुड़ के करना की है। महाराज कहते, ऊहा जपीए केवल नाम। कहते होर कोई काम नहीं साडा संगत विच आउण दा, केवल तां केवल बस परमेश्वर दे नाम दे विच जुड़ना है। ऊहा जपीए केवल नाम, साधु संगत पार ग्राम। कहते जदों तू संगत विच बह के केवल तां केवल शब्द दे नाल सुरत जोड़ लेंगा, तां सच जानी तेरी जिंदगी विच आनंद बनेगा, सुख बनेगा। खोजत खोजत तत विचारियो, दास गोविंद परायण।
ਅਬਨਾਸ਼ੀ ਖੇਮ ਚਾਹੇ ਜੇ ਨਾਨਕ। ਇੱਥੇ ਦਿਨ ਗਿਣ ਕੇ ਨਹੀਂ ਆਖਿਆ ਮਹਾਰਾਜ ਨੇ ਵੀ ਕੇਵਲ ਇੰਨੇ ਦਿਨ। ਕੀ ਕਹਿੰਦੇ ਸਤਿਗੁਰੂ? ਅਬਨਾਸ਼ੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਕਹਿੰਦੇ ਸਦਾ ਹੀ ਸਿਮਰਦਾ ਰਹੋ, ਸਦਾ ਹੀ ਪਰਮੇਸ਼ਰ ਨੂੰ ਚੇਤੇ ਕਰਦਾ ਰਹੋ, ਤੇ ਸਦਾ ਹੀ ਤੇਰੀ ਜ਼ਿੰਦਗੀ ਵਿੱਚ ਸੁੱਖ ਬਣਿਆ ਰਹੇਗਾ। ਤੇ ਸੁੱਖਾਂ ਦੇ ਬਾਬਤ ਬਾਣੀ ਦੇ ਵਿੱਚ ਬੇਅੰਤ ਬਚਨ ਮਿਲਦੇ ਨੇ। ਕਈ ਮਨੁੱਖਾਂ ਨੇ ਆਪਣੇ ਤਰੀਕੇ ਨਾਲ ਜ਼ਿੰਦਗੀ ਵਿੱਚ ਸੁੱਖ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਵੱਖਰੀ ਗੱਲ ਹੈ ਕਿ ਉਹ ਕਾਮਯਾਬ ਨਹੀਂ ਹੋ ਸਕੇ। ਯਤਨ ਬਹੁਤ ਲੋਕਾਂ ਨੇ ਕੀਤਾ, ਮਹਾਰਾਜ ਨੇ ਉਹਦਾ ਜ਼ਿਕਰ ਵੀ ਬਾਣੀ ਵਿੱਚ ਕੀਤਾ। ਕਹਿੰਦੇ ਕਈ ਲੋਕ ਇਹ ਸੋਚ ਕੇ ਬੈਠੇ ਕਿ ਜੇ ਸਾਡੇ ਕੋਲ ਬਹੁਤਾ ਜ਼ਿਆਦਾ ਧਨ ਆਏਗਾ ਤੇ ਤਾਂ ਸੁੱਖ ਆਉਣੇ ਨੇ। ਕਈਆਂ ਨੇ ਆਖਿਆ ਜੇ ਸੁੱਖ ਲੈਣਾ ਹੈ ਨਾ ਤੇ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾ ਕੇ ਕਮਾਈ ਕਰੋ, ਉੱਥੇ ਬੜਾ ਸੁੱਖ ਜੇ। ਕਈਆਂ ਨੇ ਆਖਿਆ ਜੇ ਸੁੱਖ ਵੇਖਣੇ ਨੇ, ਸੁੱਖ ਲੈਣੇ ਨੇ ਤੇ ਬਹੁਤ ਸਾਰੇ ਨਾਟਕ ਚੇਟਕ ਫਿਲਮਾਂ ਆਦਿ ਗਾਣੇ ਆਦਿ ਸੁਣ ਬੜਾ ਸੁੱਖ ਮਿਲਦਾ ਹੈ। ਪਰ ਹਜੂਰ ਨੇ ਆਖਿਆ ਜਿਵੇਂ ਜਿਵੇਂ ਲੋਕਾਂ ਨੇ ਆਪਣੇ ਆਪਣੇ ਤਰੀਕੇ ਨਾਲ ਸੁੱਖ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਯਤਨ ਬਹੁਤ ਕੀਤੇ, ਪਰ ਕਾਮਯਾਬੀ ਨਹੀਂ ਹੋਈ। ਬਹੁਤੇ ਧਨ ਵਾਲਾ ਵੀ ਸੁਖੀ ਨਹੀਂ ਜੇ ਮਿਲਦਾ। ਨਹੀਂ ਤੇ ਜਿਨ੍ਹਾਂ ਕੋਲ ਮਹਿੰਗੀਆਂ ਕਾਰਾਂ, ਬਹੁਤ ਆਲੀਸ਼ਾਨ ਕੋਠੀਆਂ ਤੇ ਪੈਸੇ ਦਾ ਕੋਈ ਅੰਤ ਨਹੀਂ, ਉਹ ਵੀ ਸੁਸਾਈਡ ਕਰ ਰਹੇ ਨੇ। ਕਾਰਨ ਕੀ? ਕਹਿੰਦੇ ਜ਼ਿੰਦਗੀ ਤੋਂ ਨਿਰਾਸ਼ ਹੋ ਗਏ। ਨਿਰਾਸ਼ਤਾ ਹੋ ਗਈ ਜ਼ਿੰਦਗੀ ਵਿੱਚ। ਸਾਰਾ ਕੁਝ ਕੋਲ ਸੀ ਪਰ ਫਿਰ ਵੀ ਨਿਰਾਸ਼ ਹੋ ਕੇ ਆਤਮ ਹੱਤਿਆ ਕਰ ਲਈ। ਐਸੀਆਂ ਖਬਰਾਂ ਤੁਸੀਂ ਰੋਜ਼ ਪੜ੍ਹਦੇ ਤੇ ਸੁਣਦੇ ਰਹਿੰਦੇ ਹੋ। ਜੇ ਤੁਸੀਂ ਦੁਨੀਆ ਦੀ ਹਿਸਟਰੀ ਪੜ੍ਹੋਗੇ ਤਾਂ ਉਹ ਲੋਕ ਜਿਹੜੇ ਦੁਨੀਆ ਦੇ ਅੰਦਰ, ਵਰਲਡ ਦੇ ਅੰਦਰ ਸਭ ਤੋਂ ਜ਼ਿਆਦਾ ਅਮੀਰ ਮੰਨੇ ਜਾਂਦੇ ਸਨ, ਉਹ ਸਾਰਿਆਂ ਦੀ ਮੌਤ ਆਤਮ ਹੱਤਿਆ ਨਾਲ ਹੋਈ ਹੈ। ਕਾਰਨ ਕੀ? ਜ਼ਿੰਦਗੀ ਵਿੱਚੋਂ ਨਿਰਾਸ਼ ਹੋ ਗਏ। ਸਾਰਾ ਕੁਝ ਕੋਲ ਸੀ ਪਰ ਜ਼ਿੰਦਗੀ ਵਿੱਚ ਸੁੱਖ ਨਹੀਂ ਸੀ। ਮਹਾਰਾਜ ਨੇ ਆਖਿਆ ਸੁੱਖ ਨਾਹੀਂ ਬਹੁਤੇ ਧਨ ਖਾਟੈ, ਸੁੱਖ ਨਾਹੀਂ ਪੇਖੇ ਨਿਰਤ ਨਾਟੈ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਕਹਿੰਦੇ ਸੁੱਖ ਤੇ ਉਹਦੀ ਬੰਦਗੀ ਵਿੱਚ ਹੈ। ਬੰਦਗੀ ਤੋਂ ਬਗੈਰ ਤੂੰ ਜਿੰਨਾ ਮਰਜ਼ੀ ਧਨ ਪਦਾਰਥ ਇਕੱਠਾ ਕਰ ਲਈ, ਚਿੰਤਾ ਨਹੀਂ ਮੁੱਕ ਸਕਦੀ। ਵੱਡੇ ਵੱਡੇ ਜੋ ਦੀਸੈਂ ਲੋਗ, ਤਿਨ ਕੋ ਵਿਆਪੇ ਚਿੰਤਾ ਰੋਗ। ਅਚਿੰਤਾ ਦੇ ਵਿੱਚ ਲੋਕ, ਡਿਪਰੈਸ਼ਨ ਜਿਹੜਾ ਸਭ ਤੋਂ ਵੱਡੀ ਬਿਮਾਰੀ ਪੈਦਾ ਹੋ ਚੁੱਕੀ ਅੱਜ। ਤਿਨ ਕੋ ਵਿਆਪੇ ਚਿੰਤਾ ਰੋਗ, ਕੌਣ ਵੱਡਾ? ਮਾਇਆ ਵਡਿਆਈ ਸੋ ਵੱਡਾ, ਜਿਨ ਰਾਮ ਲਿਵ ਲਾਈ। ਕਹਿੰਦੇ ਵੱਡਾ ਉਹੀ ਹੈ ਜਿਹਨੇ ਵੱਡੇ ਦੇ ਨਾਲ ਆਪਣੀ ਸੁਰਤ ਜੋੜੀ ਹੋਈ ਹੈ। ਉੱਚਾ ਉਹੀ ਹੈ ਜਿਹਨੇ ਉਸ ਉੱਚੇ ਪ੍ਰਭੂ ਦਾ ਸਿਮਰਨ ਕੀਤਾ। ਇੱਥੇ ਵੀ ਮਹਾਰਾਜ ਕਿਰਪਾ ਕਰਦੇ ਨੇ। ਕਹਿੰਦੇ ਜੇ ਤੂੰ ਜ਼ਿੰਦਗੀ ਦਾ ਇਹ ਕੀਮਤੀ ਹੀਰਾ, ਇਹ ਨਿਰਮੋਲਕ ਕੌਡੀਆਂ ਦੇ ਭਾਅ ਨਹੀਂ ਗਵਾਉਣਾ ਤੇ ਸੰਗਤ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਜਪਿਆ ਕਰ। ਫਿਰ ਮਹਾਰਾਜ ਅੱਗੇ ਕਿਰਪਾ ਕਰਦੇ ਹਨ। ਸੁਤ ਸੰਪਤ ਬਨਤਾ ਬਿਨੋਦ, ਛੋੜ ਗਏ ਬਹੁ ਲੋਗ ਭੋਗ। ਇਸ ਮਨੁੱਖਾ ਜ਼ਿੰਦਗੀ ਨੂੰ ਤੂੰ ਸਕਾਰਥਾ ਕਰ ਸਕੇ, ਇਸ ਵਾਸਤੇ ਤੈਨੂੰ ਇਹੋ ਜਿਹਾ ਮਾਹੌਲ ਦਿੱਤਾ ਗਿਆ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਇਕੱਲਾ ਨਹੀਂ ਰਹਿ ਸਕਦਾ। ਇਹ ਸਮਾਜ ਦੇ ਵਿੱਚ ਰਹਿੰਦਾ, ਰਿਸ਼ਤਿਆਂ ਵਿੱਚ ਬੱਝਾ ਹੋਇਆ ਹੈ। ਪਰ ਮਹਾਰਾਜ ਨੇ ਆਖਿਆ ਤੂੰ ਰਿਸ਼ਤਿਆਂ ਵਿੱਚ ਬੱਝਾ ਹੋਇਆ, ਸਮਾਜ ਦੇ ਵਿੱਚ ਰਹਿਣਾ ਹੈ, ਪਦਾਰਥਾਂ ਵਿੱਚ ਰਹਿ ਰਿਹਾ ਹੈ, ਪਰ ਇਹਨਾਂ ਵਿੱਚ ਰਹਿੰਦਿਆਂ ਤੂੰ ਆਪਣੀ ਜ਼ਿੰਦਗੀ ਦਾ ਕਿਤੇ ਮਕਸਦ ਨਾ ਭੁੱਲ ਜਾਈਂ। ਨਹੀਂ ਤੇ ਵੇਖ ਲੈ ਬਹੁਤ ਲੋਕ ਸੁੱਤ ਸੰਪਤ, ਸੁੱਤ ਕਹਿੰਦੇ ਪੁੱਤਰਾਂ ਨੂੰ, ਸੰਪਤ ਕਹਿੰਦੇ ਸੰਪਤੀ ਨੂੰ, ਜ਼ਮੀਨ ਜਾਇਦਾਦ, ਬਨਤਾ ਬਨੋਦ ਕਹਿੰਦੇ ਘਰ ਵਾਲੀ, ਪੁੱਤਰ ਧੀਆਂ, ਛੋੜ ਗਏ ਬਾ ਲੋਕ ਭੋਗ। ਕਹਿੰਦੇ ਬੜੇ ਲੋਕ ਇਸ ਤਰ੍ਹਾਂ ਦੇ ਭੋਗਾਂ ਨੂੰ ਭੋਗਦੇ ਹੋਏ, ਸੁੱਖ ਆਰਾਮ ਮਾਣਦੇ ਹੋਏ, ਪੁੱਤਰ ਧੀਆਂ ਪਰਿਵਾਰਾਂ ਦੇ ਵਿੱਚ ਰਹਿੰਦਿਆਂ ਹੋਇਆਂ
सब कुछ छड्ड के इस दुनिया तो तुर गए ने। किन्ने लोग रोज जा रहे ने, सारा कुछ छड्ड के जा रहे ने, क्योंकि ये परिवार, रिश्ते नाते, कारोबार, ये जिंदगी नूं जिउण दे वसीले तां हन पर जिंदगी दा मकसद नहीं। इस करके इन्हां वसीलियां विच फस के किते जिंदगी दा मकसद ना गवा बैठी। ये सारा कुछ तू छड्ड के चले जाना है, ये सब कुछ नाल जाण वाला नहीं। हैवर गैवर राज रंग, त्याग चलियो है मूड नंग। हैवर गैवर दा भाव है हाथी घोड़े, राज भाग। कहंदे सारा कुछ त्याग के एक दिन चले जाना है। मूड, मूड कहंदे मूर्ख नूं। कहंदे मूर्ख बंदा एवें मान करी जांदा सी, मेरियां इन्नियां फौजां, मेरे कोल इन्ने हाथी, इन्ने इन्ने घोड़े। ते हजूर ने आख्या एते भै तो कहाँ पए भूपत, अंत को नांगे ही पाए पधारे। मूड नंग, कहंदे नंगा इस संसार तो चले जाएगा, खाली हथ जाएगा, कुछ भी नाल निभण वाला नहीं। ना कोई हाथी, ना कोई घोड़े, ना कोई राज भाग, ना ही वड्डे वड्डे किले तेरे नाल निभणे ने। इस करके मतां किते सोची कि मेरे कोल हाथी घोड़े आ गए, मेरे कोल राज भाग आ गया, ते मैं सारा कुछ प्राप्त करके बड़ी ऐशो आराम दी जिंदगी भोग रहा, ते हुण मेरी जिंदगी विच आनंद बनिया होया है, सुख बनिया होया है। कहंदे इस भुलेखे विच जिउण वाले मनुख खाली हथ संसार तो जांदे ने। बाबा कबीर साहब दा बड़ा प्यारा बचन मैं आप नाल साझा करां। कई मनुख ये भी सोचते ने कि जे मेरे बहुत तकड़े तकड़े दोस्त होण, बहुत वड्डे वड्डे बेअंत दोस्त बना लवां मैं, तो वह भी औखे समय मेरे काम आउणगे, मैनूं बड़ा सुख मिलेगा जिंदगी विचों। ते मनुख दी लालसा रहिंदी है। अज सोशल मीडिया दा युग है, तुसीं वेखदे हो फेसबुक ते लोकां ने 5-5 हज़ार दी लिस्ट जिहड़ी है पूरी कर ली फ्रेंडां दी। वो तो अगे फिर लोग कहणगे जी हुण मैं पेज बना लिया ते 5,000 दी लिस्ट हो गई पूरी, हुण मैनूं इस पेज ते फॉलो करो, लाइक कर दिओ। हज़ारां लोकां ने फ्रेंड बनाए हुए ने, लखां दी तादाद विच। पर भगत कबीर साहब कहण लगे, कबीर सूख ना इह जुग, करें जो बहुते मीत, जो चित रखें एक स्यों ते सुख पावें नीत। कहंदे बहुते मित्र बनाया भी सुख नहीं, जे तू चित्त नूं निरंकार नाल जोड़ेगा सुख तां मिलने ने, सुख तां मिलने ने। क्योंकि दुनियावी मित्र जिहड़े ने इन्हां दे कोलों भी सुख नहीं मिल सकते, ये भी बस अपने लोभ ते स्वार्थ करके तेरे नाल जुड़े ने। इस करके हाथी घोड़े महाराज कहंदे भी छड्ड के त्याग के सारा कुछ जाना है। चोआ चंदन दे फूलिया, सो तन धर संग रूलिया। चोआ चंदन कहंदे कीमती सुगंधी वाले पदार्थ इतर आदक शरीर ते ला लैने, ते फूलिया दा अर्थ बंदा बड़ा फुलिया रहिंदा है कि मेरे कोल इन्नी जायदाद है, इन्ना कारोबार है, इन्ने महंगे मैं तन ते कपड़े पाए, तन ते बड़ियां महंगियां सुगंधियां इतर लाए ने, ते बंदा बड़ा फुलिया फिरदा है। पर यह गल जानदा ही नहीं कि जिस देही दे उपर इन्ने हार श्रृंगार ते इतर ला रहा सी, सो तन धर संग रूलिया, ये तन ते मिट्टी विच ही मिट्टी हो जाना। बाबा फरीद साहब दे बड़े प्यारे बचन ने। बाबा फरीद साहब कहन लगे, मैं डरदा रहना किते मेरी पग ते मिट्टी घट्टा ना लग जाए। फरीदा मैं भुलावा पग दा, मत मैली हो जाए। कहंदे मैं डरदा रहना किते पग ते मिट्टी ना लग जाए, किते मेरी पग ही ना मैली हो जाए, किते मेरे वस्त्रां ते मिट्टी ना पै जाए। ते सच जाणिओ बंदा मिट्टी घट्टा किते नेड़े नहीं लगन दिंदा। पर कहंदे मैं एक गल क्यों भुल जाना कि मैं तो हाँ ही मिट्टी, ये शरीर ने एक दिन मिट्टी हो जाना।
ਮਿੱਟੀ ਵਿੱਚੋਂ ਪੈਦਾ ਹੋਇਆ। ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੀ ਸਿਰ ਵੀ ਮਿੱਟੀ ਖਾਏ। ਕਹਿੰਦੇ ਮੇਰਾ ਮਨ ਜਾਣਦਾ ਹੀ ਨਹੀਂ ਇਸ ਗੱਲ ਨੂੰ ਕਿ ਜਿਹੜੇ ਸਿਰ ਦੇ ਉੱਪਰ ਪੱਗ ਬੰਨੀ ਫਿਰਦਾ ਸੱਜਣਾ, ਇੱਕ ਦਿਨ ਇਹ ਸਿਰ ਵੀ ਮਿੱਟੀ ਹੋ ਜਾਣਾ, ਮਿੱਟੀ ਵਿੱਚ ਰਲ ਜਾਣਾ। ਇੱਥੇ ਵੀ ਮਹਾਰਾਜ ਨੇ ਕਿਰਪਾ ਕੀਤੀ। ਕਹਿੰਦੇ ਬੜਾ ਫੁੱਲਿਆ ਫਿਰਦਾ ਸੀ, ਪਰ ਇੱਕ ਦਿਨ ਤਨ ਮਿੱਟੀ ਹੋ ਜਾਣਾ, ਕੁਛ ਵੀ ਨਹੀਂ ਰਹਿਣਾ, ਮਿੱਟੀ ਵਿੱਚ ਰਲ ਜਾਏਗਾ। ਇਸ ਕਰਕੇ ਹੰਕਾਰ ਦੇ ਵਿੱਚ ਤੁਰਨਾ ਛੱਡ ਦੇ। ਪਰ ਜਦੋਂ ਸਾਧ ਸੰਗਤ ਬੰਦੇ ਕੋਲ ਮਾਇਆ ਆ ਜਾਏ, ਧਨ ਆ ਜਾਏ ਨਾ, ਤੇ ਬੰਦਾ ਆਕੜ ਜਾਂਦਾ ਹੈ। ਵਿਦਵਾਨ ਪੁਰਸ਼ਾਂ ਦੇ ਕਥਨ ਨੇ, ਕਹਿੰਦੇ ਮਾਇਆ ਕੱਪੜੇ ਨੂੰ ਲਾ ਦਈਏ ਤੇ ਕੱਪੜਾ ਆਕੜ ਜਾਂਦਾ ਹੈ, ਤੇ ਜਿਸ ਬੰਦੇ ਕੋਲ ਮਾਇਆ ਆ ਜਾਏ ਬੰਦਾ ਵੀ ਆਕੜ ਜਾਂਦਾ ਹੈ। ਮਨ 10 ਨਾਜ ਟਕਾ 4 ਗੰਠੀ ਐਂਡੋ ਟੈਂਡੋ ਜਾਤ। ਕਹਿੰਦੇ ਜਦੋਂ ਕਿਸੇ ਬੰਦੇ ਕੋਲ 4 ਪੈਸੇ ਜੇਬ ਦੇ ਵਿੱਚ ਹੋਣ, 10 ਮਣ ਦਾਣੇ ਘਰੇ ਹੋਣ, ਤੇ ਬੰਦੇ ਦੀ ਤੋਰ ਹੀ ਬਦਲ ਜਾਂਦੀ। ਬੰਦਾ ਬੜੇ ਸਟਾਈਲ ਦੇ ਨਾਲ ਵਿੰਗਾ ਟੇਢਾ ਜਿਹਾ ਹੋ ਕੇ ਤੁਰਦਾ ਹੈ ਹੰਕਾਰ ਦੇ ਅੰਦਰ। ਪਰ ਮਹਾਰਾਜ ਕਹਿੰਦੇ ਬੰਦਗੀ ਤੋਂ ਵੀ ਹੁਣੇ ਮਨੁੱਖ, ਇਹ ਸਾਰਾ ਕੁਝ ਤੂੰ ਛੱਡ ਕੇ ਜਾਣਾ ਹੈ। ਤੇਰਾ ਤਨ ਜਿਹੜਾ ਮਿੱਟੀ ਨਾਲ ਮਿੱਟੀ ਹੋ ਜਾਣਾ। ਤੇ ਆਖਰੀ ਬੰਦ ਵਿੱਚ ਸਭ ਕਹਿੰਦੇ ਮੋਹ ਮੋਹਿਆ ਜਾਣੇ ਦੂਰ ਹੈ। ਪਦਾਰਥਾਂ ਦੇ ਮੋਹ ਵਿੱਚ ਫਸਿਆ ਬੰਦਾ ਰੱਬ ਨੂੰ ਦੂਰ ਹੀ ਸਮਝੀ ਬੈਠਾ ਹੈ। ਪਰ ਹਜ਼ੂਰ ਕਹਿੰਦੇ ਨੇ, ਕਹੋ ਨਾਨਕ ਸਦਾ ਹਦੂਰ ਹੈ। ਉਹ ਵੈਗਰੂ ਤਾਂ ਸਦਾ ਤੇਰੇ ਅੰਗ ਸੰਗ ਹੈ, ਹਾਜ਼ਰ ਨਾਜ਼ਰ ਹੈ। ਇਸ ਕਰਕੇ ਸਦਾ ਉਹਨੂੰ ਜਪਦਾ ਰਹੋ, ਤਾਂ ਹੀ ਮਨੁੱਖਾ ਜ਼ਿੰਦਗੀ ਦੀ ਬਾਜੀ ਤੂੰ ਜਿੱਤੇਗਾ। ਸੰਗਤ ਵਿੱਚ ਬਹਿ ਕੇ ਸਦਾ ਸਿਮਰਦਾ ਰਹੋ, ਤਾਂ ਹੀ ਤੇਰਾ ਜੀਵਨ ਸਫਲਾ ਹੋਣਾ ਹੈ। ਸਾਧ ਸੰਗਤ ਆਪਾਂ ਕੱਲ ਗੁਰੂ ਕੇ ਬਾਗ ਮੋਰਚੇ ਦਾ ਕੁਝ ਇਤਿਹਾਸ ਆਪ ਨਾਲ ਸਾਂਝਾ ਕੀਤਾ ਸੀ। ਉਸੇ ਇਤਿਹਾਸ ਵਿੱਚੋਂ ਇੱਕ ਪੱਖ ਜਿਹੜਾ ਹੋਰ ਅੱਜ ਆਪ ਨਾਲ ਸਾਂਝਾ ਕਰਨਾ ਹੈ। ਗੁਰੂ ਕੇ ਬਾਗ ਮੋਰਚੇ ਦੇ ਬਾਬਤ ਕੱਲ ਮੈਂ ਬੇਨਤੀ ਕੀਤੀ ਸੀ। ਮਹੰਤ ਸੁੰਦਰਦਾਸ ਜਿਹੜਾ ਉੱਥੋਂ ਦਾ ਮਹੰਤ ਸੀ, ਅੰਗਰੇਜ਼ਾਂ ਦੀ ਸ਼ਹਿ ਦੇ ਨਾਲ ਉਹਨੇ ਗੁਰੂ ਕੇ ਬਾਗ ਦੇ ਵਿੱਚੋਂ ਲੱਕੜਾਂ ਕੱਟਣ ਗਏ ਸਿੰਘਾਂ ਦੇ ਉੱਪਰ ਉਹਨੇ ਮੁਕੱਦਮਾ ਕੀਤਾ। 5 ਸਿੰਘਾਂ ਨੂੰ ਕੈਦ ਹੋਈ। ਕੱਲ ਦੇ ਦਿਨ ਪਹਿਲੀ ਗ੍ਰਿਫਤਾਰੀ ਹੋਈ ਸੀ। ਸੰਗਤਾਂ ਨੇ ਰੋਸ ਵਜੋਂ ਫਿਰ 100 ਦੇ ਜਥੇ ਬਣਾ ਕੇ ਭੇਜਣੇ ਸ਼ੁਰੂ ਕਰ ਦਿੱਤੇ। ਆਖਿਆ ਕਿ ਤੇ ਗੁਰੂ ਕਾ ਬਾਗ ਹੈ, ਮਹੰਤ ਕੀ ਲੱਗਦਾ ਇਸ ਥਾਂ ਦਾ। ਉਹ ਲਗਭਗ ਜਿਹੜੀ ਥਾਂ ਹੈ ਨਾ 542 ਕਨਾਲਾਂ, ਜਿਹੜੀ ਲਗਭਗ 68-69 ਕਿੱਲਿਆਂ ਦੇ ਨੇੜੇ ਥਾਂ ਬਣਦੀ ਸੀ। ਉਸ ਥਾਂ ਦਾ ਪ੍ਰਬੰਧ ਲੈਣ ਵਾਸਤੇ